ਸ਼੍ਰੀ ਅਕਾਲ ਜੀ। ਬਹੁਤ ਲੋਕਾਂ ਨੂੰ ਗਲੂਟਨ ਤੋਂ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ ਅਤੇ ਬੜੇ ਲੋਕ ਇਹ ਸੋਚਦੇ ਨੇ ਕਿ ਗਲੂਟਨ ਫ੍ਰੀ ਖਾਣਾ, ਗਲੂਟਨ ਤੋਂ ਬਗੈਰ ਖਾਣਾ ਉਹਨਾਂ ਦੀ ਸਿਹਤ ਵਾਸਤੇ ਵਧੀਆ ਹੈ। ਗਲੂਟਨ ਫ੍ਰੀ ਡਾਇਟਸ, ਗਲੂਟਨ ਫ੍ਰੀ ਆਪਸ਼ਨਸ ਹੁਣ ਬਹੁਤ ਮਿਲ ਜਾਂਦੀਆਂ ਨੇ, ਨਵੀਆਂ ਆਉਂਦੀਆਂ ਰਹਿੰਦੀਆਂ ਨੇ। ਬੜੀ ਸੋਹਣੀ ਪੈਕੇਜਿੰਗ 'ਚ ਤੁਸੀਂ ਕਈ ਪ੍ਰੋਡਕਟ ਦੇਖੋਗੇ ਜਿਨ੍ਹਾਂ 'ਤੇ ਲਿਖਿਆ ਹੁੰਦਾ ਗਲੂਟਨ ਫ੍ਰੀ, ਗਿਲਟ ਫ੍ਰੀ। ਸੋ ਕੀ ਗਲੂਟਨ ਫ੍ਰੀ ਖਾਣਾ ਜ਼ਿਆਦਾ ਸਿਹਤਮੰਦ ਹੈ, ਸਿਹਤ ਲਈ ਜ਼ਿਆਦਾ ਵਧੀਆ ਬਜਾਏ ਉਸ ਖਾਣੇ 'ਚੋਂ ਜਿਹਦੇ 'ਚ ਗਲੂਟਨ ਦੀ ਕੋਈ ਨਾ ਕੋਈ ਅਮਾਊਂਟ ਹੋਵੇ? ਗਲੂਟਨ ਨੂੰ ਸਮਝਣਾ ਅਤੇ ਗਲੂਟਨ ਬਾਰੇ ਪ੍ਰੋਬਲਮ ਨੂੰ ਸਹੀ ਤਰੀਕੇ ਨਾਲ ਡਾਇਗਨੋਜ਼ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ। ਇਸ ਵੀਡੀਓ ਸੀਰੀਜ਼ ਦੇ ਵਿੱਚ ਆਪਾਂ ਗਲੂਟਨ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ। ਗਲੂਟਨ ਹੈ ਕੀ? ਗਲੂਟਨ ਇੱਕ ਪ੍ਰੋਟੀਨ ਹੈ ਜੋ ਕਿ ਕੁਝ ਹੋਲ ਗ੍ਰੇਨਸ 'ਚ ਪਾਈ ਜਾਂਦੀ ਹੈ। ਹੋਲ ਗ੍ਰੇਨਸ ਜਿਵੇਂ ਕਿ ਵੀਟ, ਕਣਕ, ਰਾਏ ਜਾਂ ਬਾਰਲੇ, ਜਿਹਨੂੰ ਜੌਂ ਵੀ ਆਖਦੇ ਨੇ ਪੰਜਾਬੀ 'ਚ। ਸੋ ਜਿਹੜੀਆਂ ਗ੍ਰੇਨਸ, ਜਿਹੜੇ ਬੂਟੇ ਘਾਹ ਦੀ ਤਰ੍ਹਾਂ, ਜਿਵੇਂ ਵੀਟ ਗ੍ਰਾਸਿਸ, ਜਿਹੜੇ ਗ੍ਰਾਸ ਦੀ ਤਰ੍ਹਾਂ ਪੈਦਾ ਹੁੰਦੇ ਆ ਅਤੇ ਉਹਨਾਂ 'ਚੋਂ ਮੁੜ ਕੇ ਦਾਣੇ ਬਣਦੇ ਨੇ, ਉਹਨਾਂ ਗਰੁੱਪ ਦੇ ਵਿੱਚ ਪਾਈ ਜਾਂਦੀ ਹੈ, ਉਹਨਾਂ ਗ੍ਰੇਨਸ ਦੇ ਵਿੱਚ। ਪ੍ਰੋਟੀਨ ਦਾ ਇੱਕ ਗਰੁੱਪ ਹੈ ਪ੍ਰੋਲੈਮਿਨ। ਉਹਦੇ ਵਿੱਚ ਦੋ ਮੇਨ ਤਰ੍ਹਾਂ ਦੀਆਂ ਪ੍ਰੋਟੀਨਸ ਆਉਂਦੀਆਂ ਨੇ, ਗਲੀਐਡਨ ਅਤੇ ਗਲੂਟੀਨਿਨ। ਉਹਦੇ ਵਾਸਤੇ ਇਹ ਅੱਖਰ ਵਰਤਿਆ ਜਾਂਦਾ ਹੈ। ਜਿਨ੍ਹਾਂ ਦਾਣਿਆਂ ਦੇ ਵਿੱਚ ਇਹ ਪ੍ਰੋਟੀਨਸ ਹੋਣ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਹਨਾਂ ਦੇ ਵਿੱਚ ਗਲੂਟਨ ਹੈ। ਸੋ ਬੇਸਿਕ ਤੌਰ 'ਤੇ ਗਲੂਟਨ ਕੋਈ ਬੜੀ ਖਤਰਨਾਕ, ਬਹੁਤ ਮਾੜੀ ਚੀਜ਼ ਨਹੀਂ ਹੈ। ਇਹ ਇੱਕ ਕਿਸਮ ਦੀ ਪ੍ਰੋਟੀਨ ਹੈ ਅਤੇ ਇਹ ਅਕਸਰ ਖਾਣਿਆਂ ਦੇ ਵਿੱਚ ਬਾਈਂਡਿੰਗ ਏਜੰਟ ਦਾ ਵੀ ਕੰਮ ਕਰਦੀ ਹੈ, ਜਿਵੇਂ ਇੱਕ ਗਲੂ ਦੀ ਤਰ੍ਹਾਂ ਕੰਮ ਕਰਦੀ ਹੈ ਜੋ ਬਾਕੀ ਦੀਆਂ ਚੀਜ਼ਾਂ ਨੂੰ ਬੰਨ੍ਹ ਕੇ ਰੱਖਦੀ ਹੈ। ਜਿਹੜੀ ਸਭ ਤੋਂ ਕਾਮਨ, ਸਭ ਤੋਂ ਆਮ ਕਿਸਮ ਦੀ ਕਣਕ ਹੈ ਜਿਹਦਾ ਆਟਾ ਆਪਾਂ ਅਕਸਰ ਯੂਜ਼ ਕਰਦੇ ਹਾਂ, ਉਹਨੂੰ ਡਿਊਰਮ ਵੀਟ ਕਹਿੰਦੇ ਨੇ। ਜਿਹੜਾ ਸਭ ਤੋਂ ਵੱਧ ਪੰਜਾਬੀਆਂ 'ਚ ਰੋਟੀ ਬਣਦੀ ਹੈ ਉਹ ਡਿਊਰਮ ਆਟੇ ਦੀ ਹੁੰਦੀ ਹੈ, ਜਿਹਨੂੰ ਹੋਲ ਵੀਟ ਡਿਊਰਮ ਵੀ ਹੋ ਸਕਦੀ ਹੈ। ਪਰ ਵੀਟ ਬੜੀ ਕਿਸਮ ਦੀ ਹੁੰਦੀ ਹੈ। ਅੱਜ ਕੱਲ੍ਹ ਕਈ ਤਰ੍ਹਾਂ ਦੇ ਗ੍ਰੇਨਸ ਮਾਰਕੀਟ 'ਚ ਮਿਲਣ ਲੱਗ ਗਏ ਨੇ, ਜੋ ਕਿ ਬੜੀ ਵਧੀਆ ਗੱਲ, ਕਿਉਂਕਿ ਕੁਛ ਇੱਕ ਗ੍ਰੇਨਸ ਪੁਰਾਣੇ ਆ, ਏਨਸ਼ੀਅੰਟ ਆ, ਉਹਨਾਂ ਨੂੰ ਇੰਨਾ ਰਿਫਾਈਨ ਨਹੀਂ ਕੀਤਾ ਗਿਆ, ਅਤੇ ਕੁਛ ਇੱਕ ਗ੍ਰੇਨਸ ਆ ਜਿਨ੍ਹਾਂ ਨੂੰ ਜੈਨੇਟਿਕਲੀ ਉਹਨਾਂ ਨਾਲ ਕਾਫੀ ਛੇੜਖਾੜ ਜਾਂ ਇੰਪਰੂਵਮੈਂਟ ਕਰਕੇ ਉਹਨਾਂ ਨੂੰ ਚੇਂਜ ਕਰ ਦਿੱਤਾ ਗਿਆ। ਸੋ ਜਿਵੇਂ ਤੁਸੀਂ ਨਾਂ ਸੁਣਦੇ ਹੋ ਸਪੈਲਟ ਫਲਾਵਰ ਜਾਂ ਕਮੁਟ ਗ੍ਰੇਨਸ ਜਾਂ ਫਰੀਨ, ਖੁਰਾਸਨ, ਈਕੌਨ, ਇਹ ਸਾਰੇ ਹੀ ਵੀਟ ਦੀਆਂ ਕਿਸਮਸ ਨੇ। ਸੋ ਜੇ ਤੁਸੀਂ ਸਪੈਲਟ ਫਲਾਵਰ ਖਾ ਰਹੇ ਹੋ ਜਾਂ ਕਮੁਟ ਫਲਾਵਰ ਖਾ ਰਹੇ ਹੋ ਜਾਂ ਕਮੁਟ ਦੇ ਪਫਸ ਯੂਜ਼ ਕਰ ਰਹੇ ਹੋ, ਅਤੇ ਉਹਨਾਂ ਦੇ ਵਿੱਚ ਵੀ ਗਲੂਟਨ ਹੈਗੀ ਹੈ। ਸੋ ਇਸ ਚੀਜ਼ ਤੋਂ ਨਾ ਕਨਫਿਊਜ਼ ਹੋਵੋ ਕਿ ਮੈਂ ਤੇ ਗਲੂਟਨ ਤੋਂ ਮੈਨੂੰ ਪ੍ਰੋਬਲਮ ਹੁੰਦੀ ਹੈ ਅਤੇ ਇਸ ਕਰਕੇ ਮੈਂ ਸਪੈਲਟ ਦਾ ਆਟਾ ਖਾਂਦਾ। ਸਪੈਲਟ ਦਾ ਵੀ ਆਟਾ ਇੱਕ ਕਿਸਮ ਦੀ ਕਣਕ ਹੀ ਹੈ ਉਹ ਵੀ, ਅਤੇ ਉਹਦੇ 'ਚ ਵੀ ਗਲੂਟਨ ਹੁੰਦੀ ਹੈ। ਪਰ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਗਲੂਟਨ ਬੇਸਿਕ ਤੌਰ 'ਤੇ ਕੋਈ ਖਤਰਨਾਕ ਚੀਜ਼ ਨਹੀਂ ਹੈ, ਸਿਵਾਏ ਉਹਨਾਂ ਤੋਂ ਜਿਨ੍ਹਾਂ ਨੂੰ ਸੀਲੀਐਕ ਡਿਜ਼ੀਜ਼ ਆ ਜਾਂ ਜਿਨ੍ਹਾਂ ਨੂੰ ਗਲੂਟਨ ਕਰਕੇ ਕੋਈ ਪ੍ਰੋਬਲਮ ਹੋਵੇ। ਜੇ ਤੁਸੀਂ ਆਟਾ ਖਰੀਦਦੇ ਹੋ, ਉਹਦੇ 'ਤੇ ਲਿਖਿਆ ਹੋਇਆ ਹੈ ਐਨਰਿਚਡ ਵੀਟ ਫਲਾਵਰ, ਅਤੇ ਉਹਦਾ ਮਤਲਬ ਸਿਰਫ ਇੰਨਾ ਹੈ ਕਿ ਉਹਦੇ 'ਚ ਕੁਛ ਵਿਟਾਮਿਨ, ਕੁਛ ਮਿਨਰਲ ਬਾਅਦ ਦੇ ਵਿੱਚ ਐਡ ਕੀਤੇ ਗਏ। ਉਹ ਕਿੰਨੀ ਕੁ ਵਧੀਆ ਗੱਲ ਹੈ, ਇਹ ਡਿਬੇਟੇਬਲ ਹੈ। ਅਕਸਰ ਮੈਂ ਪਰਸਨਲੀ ਐਨਰਿਚਡ ਫਲਾਵਰ ਪ੍ਰੈਫਰ ਕਰਦਾ ਕਿ ਜੇ ਸਪਰਾਊਟਡ ਗ੍ਰੇਨਸ ਦਾ ਆਟਾ ਮਿਲ ਜਾਏ ਤਾਂ ਉਹ ਬਿਹਤਰ ਹੈ ਐਨਰਿਚਡ ਨਾਲੋਂ। ਐਨਰਿਚ ਕਰਨ ਦੀ ਲੋੜ ਉਦੋਂ ਹੀ ਪੈਂਦੀ ਹੈ ਜਦੋਂ ਪਹਿਲਾਂ ਉਹਨੂੰ ਰਿਫਾਈਨ ਕੀਤਾ ਗਿਆ ਹੋਵੇ। ਜੇ ਉਹਨੂੰ ਐਕਸੈਸਿਵਲੀ ਰਿਫਾਈਨ ਨਹੀਂ ਕੀਤਾ ਤਾਂ ਉਹਨੂੰ ਐਨਰਿਚ ਕਰਨ ਦੀ ਵੀ ਲੋੜ ਨਹੀਂ ਪੈਂਦੀ। ਇਸ ਤਰ੍ਹਾਂ ਸੈਲਫ ਰਾਈਜ਼ਿੰਗ ਫਲਾਵਰ ਆਉਂਦਾ ਹੈ, ਜਿਹੜਾ ਬੇਕਿੰਗ 'ਚ ਕਈ ਵਾਰੀ ਲੋਕ ਯੂਜ਼ ਕਰਦੇ ਨੇ। ਉਹਦਾ ਮਤਲਬ ਇਹ ਹੈ ਕਿ ਉਹਦੇ 'ਚ ਕੋਈ ਨਾ ਕੋਈ ਫਾਸਫੋਰਸ ਕੰਪਾਊਂਡ ਪਾਇਆ ਗਿਆ, ਜਿਹਦੇ ਕਰਕੇ ਉਹ ਖੁਦ ਹੀ ਆਟਾ ਥੋੜ੍ਹਾ ਰਾਈਜ਼ ਕਰ ਜਾਂਦਾ, ਬੇਕਿੰਗ ਵਧੀਆ ਹੁੰਦੀ ਹੈ। ਅਤੇ ਅਗੇਨ ਇਹ ਸਾਰੀਆਂ ਐਡੀਸ਼ਨਸ ਨੇ। ਗ੍ਰਾਮ ਕਿਸਮ ਦਾ ਆਟਾ ਅਕਸਰ ਉਹ ਅੱਖਰ ਵਰਤਿਆ ਜਾਂਦਾ ਜੇ ਆਟਾ ਕੋਰਸ ਹੋਵੇ। ਜਿਹੜੀ ਸੈਮੋਲੀਨਾ ਆ, ਉਹ ਵੀ ਮਿਲਿੰਗ ਪ੍ਰੋਸੈਸ ਦੇ ਵਿੱਚ ਉਹਨੂੰ ਖੁਸਖੁਸ ਵਾਂਗੂ ਜਾਂ ਸੈਮੋਲੀਨਾ ਡਿਫਰੈਂਟ ਤਰ੍ਹਾਂ ਦੇ ਨਾਲ ਉਹਨੂੰ ਪ੍ਰੋਸੈਸ ਕੀਤਾ ਜਾਏ ਅਤੇ ਉਹਨਾਂ ਨੂੰ ਇਹਨਾਂ ਨਾਵਾਂ ਦੇ ਨਾਲ ਜਾਣਿਆ ਜਾਂਦਾ। ਪਰ ਇਹਨਾਂ ਸਾਰਿਆਂ ਦੇ ਵਿੱਚ ਗਲੂਟਨ ਹੋਊਗੀ। ਇਸ ਤੋਂ ਇਲਾਵਾ ਗਲੂਟਨ ਜਿੰਨੀਆਂ ਵੀ ਚੀਜ਼ਾਂ ਪੈਕੇਟ 'ਚ ਆਉਂਦੀਆਂ ਨੇ, ਜਿਹੜੇ ਪਾਸਤਾ ਫਲਾਵਰਸ ਜਾਂ ਪਾਸਤਾ ਆਉਂਦੇ ਨੇ, ਈਵਨ ਫਰੋਜ਼ਨ ਵੈਜੀਟੇਬਲਸ, ਸੋ ਬ੍ਰੈਡ, ਪੀਜ਼ਾ,
ਆਟੇ, ਕੁਕੀਜ਼, ਬੇਕਿੰਗ ਵਾਲੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਇਹ ਗ੍ਰੇਨਸ ਵਰਤੇ ਗਏ ਉਹਨਾਂ ਦੇ ਵਿੱਚ ਗਲੂਟਨ ਵੀ ਆ। ਸੋ ਪ੍ਰੋਸੈਸਡ ਚੀਜ਼ਾਂ ਦੇ ਵਿੱਚ ਗਲੂਟਨ ਹੁੰਦੀ ਆ। ਫਿਰ ਜਿਹੜੀਆਂ ਕਈ ਸੌਸਸ ਨੇ, ਈਵਨ ਕਈ ਤਰ੍ਹਾਂ ਦੀਆਂ ਸੋਏ ਸੌਸਸ ਦੇ ਵਿੱਚ ਵੀ ਗਲੂਟਨ ਐਡ ਕੀਤੀ ਹੋ ਸਕਦੀ ਆ, ਕਿਉਂਕਿ ਉਹ ਪ੍ਰੋਸੈਸਿੰਗ ਦੇ ਵਿੱਚ ਇੱਕ ਇਨਗਰੀਡੀਐਂਟ ਬਣ ਜਾਂਦਾ। ਜਿਹੜੀਆਂ ਫਰੋਜ਼ਨ ਵੈਜੀਟੇਬਲਸ ਆਉਂਦੀਆਂ ਨੇ, ਕਈ ਫਰੋਜ਼ਨ ਵੈਜੀਟੇਬਲਸ ਨੂੰ ਵੀ ਸੌਸ ਲਾਈ ਹੁੰਦੀ ਆ। ਸੋ ਗਲੂਟਨ ਵੈਜੀਟੇਬਲ ਦੇ ਵਿੱਚ ਤਾਂ ਨਹੀਂ ਹੁੰਦੀ, ਪਰ ਉਹ ਸੌਸ ਦਾ ਕੰਪੋਨੈਂਟ ਹੋ ਸਕਦੀ ਆ। ਜਿਹੜੀਆਂ ਨੈਚੁਰਲ ਫਲੇਵਰਿੰਗ ਲਿਖਿਆ ਹੁੰਦਾ ਜਿਹਦੇ 'ਤੇ ਨੈਚੁਰਲ ਫਲੇਵਰ, ਉਸ ਦੇ ਵਿੱਚ ਨੈਚੁਰਲ ਫਲੇਵਰ ਦੇ ਬੈਨਰ ਹੇਠਾਂ, ਲੇਬਲ ਹੇਠਾਂ ਗਲੂਟਨ ਹੋ ਸਕਦੀ ਆ। ਅਤੇ ਜਿਹੜੇ ਵਾਈਟਾਮਿਨ ਅਤੇ ਮਿਨਰਲ ਵੀ ਆਉਂਦੇ ਨੇ, ਕਈ ਕੈਪਸੂਲ ਆਉਂਦੇ ਨੇ, ਉਹਨਾਂ ਨੂੰ ਉਹ ਫਾਰਮ ਦੇਣ ਵਾਸਤੇ ਕਈ ਵਾਰੀ ਉਹਨਾਂ ਦੇ ਵਿੱਚ ਵੀ ਕੋਈ ਨਾ ਕੋਈ ਚੀਜ਼ ਗਲੂਟਨ ਵਾਲੀ ਹੋ ਸਕਦੀ ਹੈ। ਸੋ ਗਲੂਟਨ ਫ੍ਰੀ ਖਾਣਾ ਸੌਖਾ ਕੰਮ ਨਹੀਂ। ਗਲੂਟਨ ਫ੍ਰੀ ਖਾਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਲਈ ਗਲੂਟਨ ਫ੍ਰੀ ਖਾਣਾ ਚੰਗੀ ਗੱਲ ਆ ਜਾਂ ਨਹੀਂ। ਜੇ ਤੁਹਾਨੂੰ ਸੀਲੀਏਕ ਡਿਜ਼ੀਜ਼ ਨਹੀਂ ਹੈ, ਜੇ ਤੁਹਾਨੂੰ ਗਲੂਟਨ ਸੈਂਸਿਟਿਵਿਟੀ, ਗਲੂਟਨ ਐਟੈਕਸੀਆ ਨਹੀਂ ਆ, ਜਾਂ ਵੀਟ ਤੋਂ ਅਲਰਜੀ ਨਹੀਂ ਆ, ਅਤੇ ਫਿਰ ਸ਼ਾਇਦ ਤੁਹਾਡੇ ਲਈ ਇਹ ਚੰਗਾ ਨਹੀਂ ਕਿ ਤੁਸੀਂ ਗਲੂਟਨ ਫ੍ਰੀ ਵਾਲੀਆਂ ਚੀਜ਼ਾਂ ਲੱਭਦੇ ਫਿਰੋ। ਫਿਰ ਇਹਨਾਂ ਖਾਣਿਆਂ ਦੇ ਵਿੱਚ, ਇਹਨਾਂ ਹੋਲ ਗ੍ਰੇਨਸ ਦੇ ਵਿੱਚ ਕਈ ਬੈਨੀਫੀਸ਼ੀਅਲ ਨਿਊਟਰੀਐਂਟਸ, ਇਹਨਾਂ ਦੇ ਸਿਹਤ 'ਤੇ ਚੰਗੇ ਅਸਰ ਨੇ, ਜਿਸ ਵਾਸਤੇ ਇਹ ਵਾਜਬ ਨਹੀਂ ਕਿ ਤੁਸੀਂ ਗਲੂਟਨ ਫ੍ਰੀ ਖਾਓ। ਸੋ ਗਲੂਟਨ ਫ੍ਰੀ ਵੀ ਇੱਕ ਮਾਰਕੀਟਿੰਗ ਟਰਮ ਬਣ ਗਈ ਹੈ। ਸੋ ਜਦੋਂ ਗਲੂਟਨ ਕਰਕੇ, ਕਿਉਂਕਿ ਕਈ ਲੋਕਾਂ ਨੂੰ ਬਹੁਤ ਸੀਰੀਅਸ ਪ੍ਰੋਬਲਮ ਆਉਂਦੀ ਹੈ, ਇਹਦਾ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਗਲੂਟਨ ਕੋਈ ਇਸ਼ੂ ਨਹੀਂ ਹੈਗਾ। ਗਲੂਟਨ ਕਰਕੇ ਕਈ ਲੋਕ ਬੜੇ ਸੀਰੀਅਸਲੀ ਬਿਮਾਰ ਹੋ ਸਕਦੇ ਨੇ, ਅਤੇ ਉਹਨਾਂ ਨੂੰ ਇਹ ਬਹੁਤ ਖਿਆਲ ਰੱਖਣਾ ਚਾਹੀਦਾ ਗਲੂਟਨ ਫ੍ਰੀ ਖਾਣਾ। ਪਰ ਇਹਦੇ ਨਾਲ ਨਾਲ ਇੰਡਸਟਰੀ, ਮਾਰਕੀਟਿੰਗ, ਉਹਨਾਂ ਨੂੰ ਨਵੀਆਂ ਚੀਜ਼ਾਂ ਚਾਹੀਦੀਆਂ ਨੇ। ਸੋ ਅੱਜ ਕੱਲ੍ਹ ਜਿਵੇਂ ਹੋਲ ਗ੍ਰੇਨ, ਹੋਲ ਵੀਟ, ਹਾਰਟ ਹੈਲਦੀ ਐਂਡ ਔਰਗੈਨਿਕ, ਇਹ ਸਾਰੇ ਮਾਰਕੀਟਿੰਗ ਲੇਬਲ ਬਣ ਗਿਆ। ਨੋ ਸ਼ੂਗਰ ਐਡਡ, ਨੋ ਸ਼ੂਗਰ ਐਡਡ ਕੈਨ ਬੀ, ਇਹ ਜਸਟ ਇੱਕ ਭੁਲੇਖਾ ਪਾਉਣ ਵਾਲੀ ਗੱਲ ਹੋ ਸਕਦੀ ਹੈ। ਸੋ ਉਹਨਾਂ ਲੇਬਲਸ 'ਤੇ ਨਾ ਜਾਓ। ਇਸ ਤਰ੍ਹਾਂ ਗਲੂਟਨ ਫ੍ਰੀ ਵੀ ਇੱਕ ਬੜਾ ਵੱਡਾ ਲੇਬਲ ਬਣ ਗਿਆ। ਇੱਕ ਇਹ ਇੰਪ੍ਰੈਸ਼ਨ ਕ੍ਰੀਏਟ ਕੀਤਾ ਗਿਆ ਕਿ ਗਲੂਟਨ ਫ੍ਰੀ ਖਾਣਾ ਸਿਹਤ ਲਈ ਚੰਗਾ। ਸੋ ਬਹੁਤ ਲੋਕ ਹਮੇਸ਼ਾ ਗਲੂਟਨ ਫ੍ਰੀ ਵਾਲੀਆਂ ਚੀਜ਼ਾਂ ਵੱਲ ਅਟਰੈਕਟ ਹੋ ਜਾਂਦੇ ਆ, ਉਹ ਭੱਜ ਕੇ ਚੁੱਕਦੇ ਆ। ਪਰ ਇਹ ਸਮਝਣਾ ਬੜਾ ਲਾਜ਼ਮੀ ਹੈ ਕਿ ਗਲੂਟਨ ਹੈ ਕੀ, ਉਹਦੇ ਫਾਇਦੇ ਕੀ ਨੇ, ਉਹਦੇ ਨੁਕਸਾਨ ਕੀ ਨੇ, ਅਤੇ ਉਹਦੇ ਨੁਕਸਾਨ ਕਿੰਨਾਂ ਨੂੰ ਨੇ। ਸੋ ਇਹ ਗੱਲ ਹੋ ਗਈ ਕਿ ਗਲੂਟਨ ਕੀ ਹੈ, ਗਲੂਟਨ ਕਿੱਥੇ ਹੁੰਦੀ ਹੈ, ਅਤੇ ਗਲੂਟਨ ਦੇ ਕੀ ਨੁਕਸਾਨ ਹੋ ਸਕਦੇ ਨੇ, ਸੀਲੀਏਕ ਡਿਜ਼ੀਜ਼ ਕੀ ਹੈ। ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਗਲੂਟਨ ਤੋਂ ਬਚਿਆ ਕਿਵੇਂ ਜਾ ਸਕਦਾ, ਜਿਨ੍ਹਾਂ ਲੋਕਾਂ ਨੂੰ ਬਚਣ ਦੀ ਲੋੜ ਆ, ਪਲੱਸ ਜਿਨ੍ਹਾਂ ਨੂੰ ਨਹੀਂ ਲੋੜ, ਜਿਹੜੇ ਹੈਲਦੀ ਨੇ ਅਤੇ ਐਵੇਂ ਇਸ ਫੈਸ਼ਨ ਦੇ ਵਿੱਚ ਗਲੂਟਨ ਫ੍ਰੀ ਖਾ ਰਿਹਾ ਕਿ ਉਹਨਾਂ ਨੂੰ ਲੱਗਦਾ ਗਲੂਟਨ ਫ੍ਰੀ ਖਾਣਾ ਚੰਗਾ ਹੁੰਦਾ, ਉਹਨਾਂ ਵਾਸਤੇ ਗਲੂਟਨ ਅਵੋਇਡ ਕਰਨ ਦੇ ਨੁਕਸਾਨ ਕੀ ਹੋ ਸਕਦੇ ਆ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡਾ ਨੈਕਸਟ ਵੀਡੀਓ ਉਹਦੀ ਉਡੀਕ ਕਰੋ। ਤੁਹਾਨੂੰ ਨੋਟੀਫਿਕੇਸ਼ਨ ਮਿਲੂਗੀ ਜੇ ਤੁਸੀਂ ਸਬਸਕ੍ਰਾਈਬਰ ਹੋ। ਅਤੇ ਪਲੀਜ਼ ਵਾਚ ਐਂਡ ਸ਼ੇਅਰ ਥੀਸ ਵੀਡੀਓਜ਼। ਥੈਂਕ ਯੂ।